हेलो स्टूडेंट्स। सो बच्चे लास्ट टाइम असी एटम की एक्चुअल स्ट्रक्चर ਨੂੰ डिस्कस ਕਰਨ ਦੇ ਵਾਸਤੇ ਅਸੀਂ ਕੁਆਂਟਮ ਮਕੈਨੀਕਲ ਮੋਡਲ ਜਿਹੜਾ ਸੀਗਾ ਐਟਮ ਦਾ ਉਹਦੇ ਬਾਰੇ ਡਿਸਕਸ ਕੀਤਾ ਸੀ, ਰਾਈਟ। ਸੋ ਬੱਚੇ ਉਹਦੇ 'ਚ ਸਾਨੂੰ ਪਤਾ ਲੱਗਿਆ ਸੀ ਕਿ ਐਕਚੁਅਲ ਜਿਹੜਾ ਬਿਹੇਵੀਅਰ ਆ, ਠੀਕ ਹੈ ਜੀ, ਇਲੈਕਟ੍ਰੋਨਸ ਦਾ ਐਟਮ ਦੇ ਅੰਦਰ ਉਹ ਕਿਸ ਤਰੀਕੇ ਦਾ ਆ, मतलब ਇਲੈਕਟ੍ਰੋਨਸ ਦੀ ਐਕਚੁਅਲ ਪੋਜੀਸ਼ਨ ਕਿਵੇਂ ਦੀ ਆ ਤੇ ਉਹ ਕਿਵੇਂ मतलब ਸਾਨੂੰ ਦਿਖ ਰਹੇ ਨੇ ਉਹਦੇ ਅੰਦਰ, ਰਾਈਟ, ਕਿ ਉਹ ਕਿਵੇਂ ਅੰਦਰ ਨੇਚਰ ਦੇ ਵਿੱਚ ਪ੍ਰੈਜ਼ੈਂਟ ਆ, ਰਾਈਟ। ਕੁਆਂਟਮ ਮਕੈਨੀਕਲ ਮੋਡਲ ਨੇ ਐਟਮ ਦੀ ਐਕਚੁਅਲ ਸਟਰਕਚਰ ਨੂੰ ਐਕਸਪਲੇਨ ਕਰਨ ਲਈ ਕਾਫੀ ਵੈਲ ਡਿਫਾਈਨਡ ਥਿਊਰੀ ਦਿੱਤੀ, ਜਿਹੜੀ ਅੱਜ ਤੱਕ ਸਭ ਤੋਂ ਜ਼ਿਆਦਾ ਸਕਸੈਸਫੁਲ ਥਿਊਰੀ ਮੰਨੀ ਜਾਂਦੀ ਹੈ। ਸੋ ਬੱਚੇ ਹੁਣ ਜੇ ਅਸੀਂ ਐਟਮ ਦੀ ਗੱਲ ਕਰ ਰਹੇ ਹਾਂ ਤਾਂ ਆਪਣੇ ਕੋਲ ਬੇਸਿਕਲੀ ਐਟੋਮਿਕ ਵਰਲਡ ਦੀ ਗੱਲ ਕਰ ਰਹੇ ਹਾਂ। ਐਟੋਮਿਕ ਵਰਲਡ ਦੀ ਗੱਲ ਕਰ ਰਹੇ ਹਾਂ ਤਾਂ ਐਟਮਸ ਦੇ ਅੰਦਰ ਇਲੈਕਟ੍ਰੋਨਸ ਕਿੱਥੇ ਪਏ ਨੇ, ਉਹ ਪਏ ਸੀ ਸ਼ੈਲ ਦੇ ਅੰਦਰ, ਸਬ ਸ਼ੈਲ ਦੇ ਅੰਦਰ ਔਰਬਿਟਲਸ ਦੇ ਵਿੱਚ, ਰਾਈਟ। ਸੋ ਹੁਣ ਜਿਹੜੇ ਉਹ ਔਰਬਿਟਲਸ ਨੇ ਉਹ ਐਟਮ ਦਾ ਪਾਰਟ ਆ। ਸਾਨੂੰ ਪੂਰਾ ਲਾਈਕ ਇਹ 'ਚ ਹੱਕ ਬਣਦਾ ਕਿ ਸਾਨੂੰ ਪਤਾ ਲੱਗੇ ਕਿ ਉਹ ਐਟਮ ਦੇ ਜਿਹੜੇ ਔਰਬਿਟਲ ਆ ਉਹਨਾਂ ਦੀਆਂ ਸ਼ੇਪਸ ਕਿੱਦਾਂ ਦੀਆਂ ਹੋਣਗੀਆਂ, ਠੀਕ ਹੈ ਜੀ। ਅਤੇ ਉਹ ਸ਼ੇਪਸ ਨੂੰ ਆਪਾਂ ਡਰਾ ਕਰਨ ਦੀ ਕੋਸ਼ਿਸ਼ ਕਰਾਂਗੇ, ਰਾਈਟ। ਸੋ ਇਟ ਹੈਜ਼ ਬੀਨ ਆਲਰੇਡੀ ਲਰਨਡ ਦੈਟ ਬੱਚੇ ਕਿ ਦ ਪ੍ਰੋਬੇਬਿਲਿਟੀ ਆਫ ਫਾइंडिंग द इलेक्ट्रॉन डज नॉट बिकम जीरो ਈਵਨ ਐਟ ਲਾਰਜ ਡਿਸਟੈਂਸਿਸ ਫਰੋਮ ਦ ਨਿਊਕਲੀਅਸ। ਸਪੋਜ਼ ਬੱਚੇ ਤੁਸੀਂ ਐਟਮ ਦੇ ਅੰਦਰਲੀ ਦੁਨੀਆ ਦੇਖ ਰਹੇ ਹੋ। ਜੇ ਐਟਮ ਦੇ ਅੰਦਰਲੀ ਦੁਨੀਆ ਦੇਖ ਰਹੇ ਹੋ ਤਾਂ ਐਟਮ ਦੇ ਡੀਪ ਜਾ ਕੇ ਸਾਨੂੰ ਇਹ ਗੱਲ ਅੰਡਰਸਟੂਡ ਹੋ ਰਹੀ ਹੈ, ਸਾਨੂੰ ਪਤਾ ਆ ਕਿ ਸੈਂਟਰ 'ਚ ਕੌਣ ਆ, ਨਿਊਕਲੀਅਸ। ਅਤੇ ਜਦੋਂ ਅਸੀਂ ਉਸ ਨਿਊਕਲੀਅਸ ਤੋਂ ਬਾਹਰ ਵੱਲ ਨੂੰ ਮਤਲਬ ਐਟਮ ਦੇ ਬਾਊਂਡਰੀ ਤੱਕ ਆਉਂਦੇ ਆ ਤਾਂ ਸਾਨੂੰ ਸ਼ੈਲਸ ਮਿਲਦੇ ਆ, ਸ਼ੈਲਸ ਦੇ ਅੰਦਰ ਸਬ ਸ਼ੈਲਸ ਮਿਲਦੇ ਆ ਅਤੇ ਔਰਬਿਟਲਸ ਮਿਲਦੇ ਆ। ਤਾਂ ਇਹਦਾ ਮਤਲਬ ਇਲੈਕਟ੍ਰੋਨ ਨੂੰ ਫਾਈਂਡ ਕਰਨ ਦੀ ਜਿਹੜੀ ਪ੍ਰੋਬੇਬਿਲਿਟੀ ਆ ਉਹ ਕਿਤੇ ਵੀ ਜ਼ੀਰੋ ਨਹੀਂ ਹੈ, ਸਾਨੂੰ ਕਿਤੇ ਨਾ ਕਿਤੇ ਇਲੈਕਟ੍ਰੋਨ ਜ਼ਰੂਰ ਮਿਲੂਗਾ, right? So therefore it is not possible to draw any sort of geometrical figure that will be enclose a region of 100% probability, right? So ਉਹਨੇ ਕੀ ਕਿਹਾ ਇਹਦੇ ਵਿੱਚ, ਉਹਨੇ ਸਿੰਪਲੀ ਇਹਦੇ ਵਿੱਚ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਹਦਾ ਕੋਈ ਜਿਓਮੈਟ੍ਰੀਕਲ ਫਿਗਰ ਮਤਲਬ 100% ਕਲੀਅਰ ਪ੍ਰੋਬੇਬਿਲਿਟੀ ਨਾਲ ਬਣਾ ਨਹੀਂ ਸਕਦੇ, right? So however the sake of pictorial clarity we draw figure in which the probability of finding electron is maximum, right? So ਕਹਿੰਦਾ ਆਪਾਂ ਥੋੜ੍ਹਾ ਜਿਹਾ ਆਪਣੇ ਆਪ ਦੀ ਲਾਈਕ ਕਲੈਰੀਫਿਕੇਸ਼ਨ ਵਾਸਤੇ ਹੈ ਨਾ, ਪਿਕਚਰ ਕਲੀਅਰ ਕਰਨ ਦੇ ਵਾਸਤੇ ਅਸੀਂ ਕਹਿੰਦਾ ਜਿੱਥੇ ਇਲੈਕਟ੍ਰੋਨ ਨੂੰ ਫਾਈਂਡ ਕਰਨ ਦੀ ਪ੍ਰੋਬੇਬਿਲਿਟੀ ਮੈਕਸੀਮਮ ਆ, ਕਹਿੰਦਾ ਅਸੀਂ ਉਹਦੀ ਫਿਗਰਸ ਡਰਾ ਕਰਾਂਗੇ ਐਂਡ ਉਹਦੀ ਪ੍ਰੋਬੇਬਿਲਿਟੀ ਉਹ 90 to 95% ਦੇ ਵਿੱਚ ਹੋਊਗੀ, ਰਾਈਟ। ਸੋ ਦੀਜ਼ ਮੋਸਟ ਪ੍ਰੋਬੇਬਲ ਰੀਜਨਸ ਜਿੱਥੇ ਇਲੈਕਟ੍ਰੋਨ ਨੂੰ ਫਾਈਂਡ ਕਰਨ ਦੀ ਪ੍ਰੋਬੇਬਿਲਿਟੀ ਮੈਕਸੀਮਮ ਆ, ਉਹ ਜਿਹੜੇ ਬਾਉਂਡਰੀ ਸਰਫੇਸਿਸ ਨੇ ਉਹ ਡਾਇਗਰਾਮ ਨੂੰ ਅਸੀਂ ਔਰਬਿਟਲਸ ਕਵਾਂਗੇ। ਸੋ ਨਾਓ ਬੱਚੇ ਅੱਜ ਦਾ ਜਿਹੜਾ ਟੌਪਿਕ ਆ ਉਹ ਸਾਡਾ ਇਹੀ ਆ ਕਿ ਅਸੀਂ ਉਹਨਾਂ ਐਟੋਮਿਕ ਔਰਬਿਟਲਸ ਦੀ ਅਸੀਂ ਸ਼ੇਪ ਬਾਰੇ ਡਿਸਕਸ ਕਰਨਾ ਆ ਅਤੇ ਉਹ ਸ਼ੇਪ ਤੋਂ ਸਾਨੂੰ ਔਰਬਿਟਲ ਦਾ ਐਕਚੁਅਲ ਬਿਹੇਵੀਅਰ ਪਤਾ ਲੱਗੂਗਾ ਕਿ ਇਲੈਕਟ੍ਰੋਨਸ ਉੱਥੇ ਕਿਵੇਂ ਪਏ ਹੋਣਗੇ, ਰਾਈਟ। ਸੋ ਬੱਚੇ ਉਹਦੇ ਵਾਸਤੇ ਸਾਡੇ ਕੋਲ ਆਇਆ ਰੇਡੀਅਲ ਵੇਵ ਫੰਕਸ਼ਨ। ਬੱਚੇ ਰੇਡੀਅਲ ਵੇਵ ਫੰਕਸ਼ਨ ਦੈਟ ਇਜ਼ ਯੋਰਸ ਲਾਈਕ ਵੇਵ ਫੰਕਸ਼ਨ ਸੀਗਾ ਤੁਹਾਡੇ ਕੋਲ ਸਾਈ, ਰਾਈਟ। ਸੋ ਬੱਚੇ ਹੁਣ ਤੁਹਾਨੂੰ ਪਤਾ ਹੈ ਕਿ ਅਸੀਂ ਨਿਊਕਲੀਅਸ ਦੇ ਅਰਾਊਂਡ ਦੀ ਗੱਲ ਕਰ ਰਹੇ ਹਾਂ। ਅਸੀਂ ਨਿਊਕਲੀਅਸ ਨੂੰ ਸੈਂਟਰ ਮੰਨ ਕੇ ਉੱਤੋਂ ਜੇ ਅਸੀਂ ਬਾਹਰ ਵੱਲ ਨੂੰ ਆਉਣਾ ਸ਼ੁਰੂ ਕਰੀਏ ਅਤੇ ਆਪਾਂ ਜੇ ਕੰਸੀਡਰ ਕਰੀਏ ਕਿ ਐਟਮ ਸਾਡੇ ਕੋਲ ਸਫੈਰੀਕਲ ਆ, ਰਾਈਟ, ਤਾਂ ਸਾਡੇ ਕੋਲ ਉਹ ਰੇਡੀਅਸ ਆਰ ਦੇ ਨਾਲ ਅਸੀਂ ਵੇਰੀਏਸ਼ਨ ਚੈੱਕ ਕਰਨੀ ਆ ਕਿ ਜੋ ਸਾਡਾ ਸਾਈ ਹੈ ਉਹਦੀ ਆਰ ਦੇ ਨਾਲ ਵੇਰੀਏਸ਼ਨ ਕੀ ਆ, ਮਤਲਬ ਜੋ ਸਾਡਾ ਵੇਵ ਫੰਕਸ਼ਨ ਹੈ ਬੱਚੇ ਉਹਦੀ ਵੇਰੀਏਸ਼ਨ ਕੀ ਹੈਗੀ ਆ। ਕਹਿੰਦਾ ਦ ਸ਼ੇਪਸ ਆਫ ਦ ਔਰਬਿਟਲ ਆਰ ਓਬਟੇਨਡ ਫਰੋਮ ਦ ਵੇਰੀਏਸ਼ਨ ਆਫ ਵੇਵ ਫੰਕਸ਼ਨ ਐਜ਼ ਅ ਫੰਕਸ਼ਨ ਆਫ ਆਰ and r ਕੀ ਹੈ, that is distance from the nucleus. So ਬੱਚੇ this is also called radial dependence or radial wave function, ਠੀਕ ਹੈ ਜੀ। ਸੋ ਬੱਚੇ ਜਿਹੜਾ ਰੇਡੀਅਲ ਵੇਵ ਫੰਕਸ਼ਨ ਆ ਨਾ, ਇਹਨੇ ਬਹੁਤ ਹੀ ਜ਼ਿਆਦਾ ਹੈਲਪ ਕੀਤੀ ਆ ਸਾਨੂੰ ਔਰਬਿਟਲਸ ਦੀ ਸ਼ੇਪ ਡਰਾ ਕਰਨ ਦੇ, ਉਹਦੀ ਬਾਉਂਡਰੀ ਸਰਫੇਸਿਸ ਡਰਾ ਕਰਨ ਦੇ ਵਿੱਚ। ਕਿਵੇਂ ਉਹ ਆਪਾਂ ਦੇਖਦੇ ਹਾਂ ਅੱਗੇ। ਕਹਿੰਦਾ ਦਿਸ ਕੈਨ ਬੀ ਸ਼ੋਨ ਇਨ ਅ ਸਿੰਪਲ ਮੈਥਡ ਬਾਈ ਪਲੋਟਿੰਗ ਅ ਗ੍ਰਾਫ ਬਿਟਵੀਨ ਵੇਵ ਫੰਕਸ਼ਨ ਸਾਈ ਐਂਡ ਡਿਸਟੈਂਸ ਆਰ ਫਰੋਮ ਦ ਨਿਊਕਲੀਅਸ। ਸੋ ਬੱਚੇ ਪ੍ਰੈਕਟੀਕਲੀ ਇਹ ਕੰਮ ਕੀਤਾ ਗਿਆ। ਉਹਨਾਂ ਨੇ ਦੇਖਿਆ ਕਿ ਸਾਡੇ ਕੋਲ ਸਾਈ ਦਾ ਉਹਦਾ ਵੇਰੀਏਸ਼ਨ ਦੇਖੀ ਵਿਦ ਰਿਸਪੈਕਟ ਟੂ ਆਰ, ਅਤੇ ਜਦੋਂ ਉਹਨਾਂ ਨੇ ਵੇਰੀਏਸ਼ਨਸ ਦੇਖੀਆਂ ਤਾਂ ਕੁਛ ਕੁ ਗ੍ਰਾਫ ਬਣ ਕੇ ਆਏ। ਅਸੀਂ ਉਹ ਗ੍ਰਾਫ ਬਾਰੇ ਡਿਸਕਸ ਕਰਦੇ ਹਾਂ ਕਿ ਉਹ ਗ੍ਰਾਫ ਕਿੱਦਾਂ ਦੇ ਨਿਕਲ ਕੇ ਆਏ ਜਦੋਂ ਸਾਇੰਟਿਸਟ ਨੇ ਪ੍ਰੈਕਟੀਕਲੀ ਵੇਵ ਫੰਕਸ਼ਨ ਨੂੰ ਆਰ ਦੇ ਵਿਦ ਰਿਸਪੈਕਟ ਟੂ ਚੇਂਜ ਹੁੰਦੇ ਦੇਖਿਆ, ਰਾਈਟ। ਸੋ ਬੱਚੇ ਦੀਜ਼ ਗ੍ਰਾਫਸ ਆਰ ਸ਼ੋਨ ਫॉर 1s ਤੁਹਾਨੂੰ ਦਿੱਤਾ ਹੋਇਆ ਬੱਚੇ 1s ਵਾਸਤੇ, 2s ਵਾਸਤੇ ਐਂਡ 2p ऑर्बिटल ਇਨ ਫਿਗਰ 38, ਰਾਈਟ। ਸੋ ਬੱਚੇ ਅਸੀਂ 1s ਦਾ ਜੋ ਦੇਖਿਆ ਤਾਂ ਬੱਚੇ ਜਦੋਂ r ਦੀ ਵੈਲਿਊ
ਅਪਰੋਚ ਕਰ ਰਹੀ ਹੈ ਜ਼ੀਰੋ ਨੂੰ। ਇਹਦਾ ਮਤਲਬ ਨਿਊਕਲੀਅਸ ਦੇ ਬਹੁਤ ਨੇੜੇ ਵਾਲਾ ਰੀਜਨ। ਅਪਰੋਚਿਸ ਜ਼ੀਰੋ ਮਤਲਬ ਕਿ ਜ਼ੀਰੋ ਦੇ ਨੇੜੇ ਆ, ਜ਼ੀਰੋ ਨਹੀਂ ਹੈ। ठीक है, मतलब उस टाइम ते इलैक्ट्रॉन ਨੂੰ फाइंड करने की प्रोबेबिलिटी मैक्सिमम, बिकॉज साई की वैल्यू बच्चे तुम देख रहे होंगे मैक्सिमम शो हो रही है, राइट। जो आर इत्थे सी जीरो ਨੂੰ अप्रोच करवाई है, राइट। सो ਇਹਦਾ मतलब पर जिमें जिमें आर की वैल्यू 1s ऑर्बिटल के लिए देखिए, जे असं न्यूक्लियस तो थोड़ा फॉर हो ही जाइए, दूर जाई जाइए, दूर जाई जाइए बच्चे, तो की हो रही है साई की वैल्यू घटनी शुरू होगी। इस तो ये प्रूफ हो रहा है कि जो वेव फंक्शन है इलैक्ट्रॉन का वो डिक्रीज कर रहा है। तो मतलब इलैक्ट्रॉन को फाइंड करने की प्रोबेबिलिटी कि अप्रोचेस टू लाइक कह लो कि वह जीरो को अप्रोच करन लग गई, जीरो नहीं जीरो को अप्रोच करन लग गई, कि वो सानू उसकी प्रोबेबिलिटी घटन लग गई। ठीक है जी। उस तरीके ना बच्चे असी 2s हाउएवर फॉर 2s ऑर्बिटल कहता वेव फंक्शन वो बिगनिंग दे विच भी बच्चे साडे कोल बिगनिंग दे विच भी की होया, असी देखिया कि वो बिगनिंग च वैल्यू डिक्रीज करती है, तो एक पॉइंट पर जाके वो की हो जाती है जीरो। हुण बच्चे ਇਹਦਾ मतलब इनू इत्थों असी बहुत वधिया डायग्राम बनावांगे, आपां अगे जाके डायग्राम डिस्कस करांगे, ਇਹਦਾ ਤੁਹਾਨੂੰ क्लीयर समझ आ जाएगा। पर तुसीं उस तो पहला ग्राफ नूं देखो कि ग्राफ की कह रहा है। ग्राफ ये कह रहा है कि तुसीं एक वैल्यू देख रहे हो इस 2s ਦੇ ਵਿੱਚ कि एक डॉट आया जिथे वैल्यू की होगी साई दी जीरो। साई की वैल्यू जीरो होने का मतलब कि उत्थे इलैक्ट्रॉन नहीं है। उस पॉइंट नूं की नाम देता उन्होंने नोड। तो उस तो बाद वैल्यू जिहड़ी है बिकम की बन गई बच्चे नैगेटिव वैल्यू वाल बन गई, राइट। सो ਇਹਦਾ मतलब कि असी इत्थों की जजमेंट कड्ढी, इत्थों असी जजमेंट कड्ढी कि जो 1s आ ते 2s आ दोनों की शेप जिहड़ी होगी वो कुछ लाइक सफेरिकल होगी, क्योंकि आपां बिल्कुल सिंपली वेरीएशन देख रहे हैं विद रिस्पैक्ट टू आर, राइट। तो बच्चे जो डायग्राम्स आप देखिए, देखो 1s ऑर्बिटल की शेप दी है, नाल ही बच्चे 2s ऑर्बिटल की शेप दी है। 1s दे विच बच्चे किते भी कोई नोड नहीं सी आई, बट बच्चे 2s दे विच की आई नोड आई, तो वह नोड तुहानूं साथ दिखाई गई है जिथे इलैक्ट्रॉन को फाइंड करने की प्रोबेबिलिटी जीरो है, क्योंकि उस पॉइंट ते साई की वैल्यू जीरो हो गई। क्योंकि साई की वैल्यू जीरो का होने का मतलब कि उत्थे इलैक्ट्रॉन का वेव फंक्शन मतलब इलैक्ट्रॉन की एंपलीट्यूड है ही नहीं। जो इलैक्ट्रॉन का एंपलीट्यूड ही नहीं है, इलैक्ट्रॉन वेव मोशन च एंपलीट्यूड ही नहीं है, इसका मतलब इलैक्ट्रॉन उत्थे प्रेजेंट नहीं होगा। ठीक है जी। तो उस तरीके नाल बच्चे दोबारा साडे कोल की होया, इत्थों आ सानू चीज़ मिली कि ये नॉन डायरैक्शनल चीज़ सीगी तो ये स्फेरिकली सिमिट्रिकल चीज़ सीगी, तो उस दोनों ग्राफ तो मैनू आ अंडरस्टैंडिंग देखने को मिली, राइट। उस तो बाद जो बच्चे असीं गल करिए 2p ऑर्बिटल वास्ते, तुसी 38 डायग्राम सी ग्राफ देख रहे होंगे। तो बच्चे वो ग्राफ च शो हो रहा है कि स्टार्टिंग ते 2p ऑर्बिटल से जैसे देखिए आर की वैल्यू जो लाइक अप्रोच कर रही जीरो, तो उस टाइम इलैक्ट्रॉन फाइंड करने की प्रोबेबिलिटी बिल्कुल जीरो आ, ठीक है, साफ पता लग रहा है। राइज वो बाद चो आर की वैल्यू इंक्रीज होने के नाल की हुंदा, आर की वैल्यू जिमें जिमें इंक्रीज होई जा रही है बच्चे उवें उवें साई की वैल्यू भी की हो रही है, एक पर्टिकुलर पॉइंट तक इंक्रीज कर दी है। आफ्टर दैट पॉइंट बच्चे दोबारा वो डिक्रीज करना शुरू हो जाती है, राइट। तो बच्चे इत्थों मैनू ग्राफ्स तो की कहता इट इज़ वेरी इंटरस्टिंग टू नोट दैट कि द 2s वेव फंक्शन जिहड़ा है वो पॉजिटिव भी है नेगेटिव भी है, डिपेंड कर रहा है डिस्टेंस से, दैट इज़ आर फ्रॉम द न्यूक्लियस, राइट। सो इट मे बी नोटेड दैट कहता ये चीज़ नोट करने वाली बच्चे दे विच है कि जो पॉजिटिव ते नेगेटिव साइन ने दैट रेफर्स टू द साइन ऑफ वेव फंक्शन, वो वेव फंक्शन के साइन ने वो कोई पॉजिटिव या नैगेटिव चार्जिस को रिप्रजेंट करने की कोशिश नहीं कर रहा, वो सिर्फ उन्होंने एक साइंस के तौर पर यूज़ की चीज़ है, राइट। सो एज वी हैव सीन फॉर 2s ऑर्बिटल एट अ पॉइंट द वेव फंक्शन आल्सो बिकम जीरो। मैं तुहानूं दस्सिया जिथे वेव फंक्शन की हो गया जीरो हो गया, तो उस वेव फंक्शन की जिहड़ी साडी वैल्यू है वो पॉइंट जिहड़ा है उन्हें असीं की कहता सिंपली नोड कहता, ठीक है जी। सो एट द नोड द वैल्यू ऑफ द वेव फंक्शन चेंजेस फ्रॉम पॉजिटिव टू नेगेटिव, राइट। सो इन जनरल इत्थों बच्चे गल क्लीयर हुई कि 1s के केस दे विच दैट इज़ 1s, तो 1s दे विच जिहड़ा 1 आ वो प्रिंसीपल क्वांटम नंबर है, दैट इज़ n, आप कल ही डिस्कस किया, राइट बच्चे। तो बच्चे तो एक गल क्लीयर हुई कि ns ऑर्बिटल वास्ते नोड्स आनियां शुरू हो गई, 1s वास्ते नहीं आई, इसका मतलब राइट अंडरस्टूड आ। 2s वास्ते नोड आई, कितनी आई, एक घट आई, मतलब लाइक 2s था तो एक नोड आई, फिर 3s होगा बच्चे, इसका मतलब दो नोड्स आएंगे, राइट। तो वो मतलब ns ऑर्बिटल ले ली ना साढ़े को जी नोड्स ने वो एक घट बनती पई है, सो दैट इज़ n-1 नोड्स। तो सिमिलरली तरीके नाल बच्चे np वास्ते कितनियां होणगियां n-2, राइट, एंड सो ऑन।
ਸੋ ਬੱਚੇ ਇੱਥੋਂ ਮੈਨੂੰ ਆ ਗੱਲ ਕਲੀਅਰ ਹੋ ਗਈ। ਤੇ ਆਲ ਕੇਸਿਸ 'ਚ ਬੱਚੇ ਜਦੋਂ ਸਾਈ ਅਪਰੋਚ ਕਰ ਰਿਹਾ ਜ਼ੀਰੋ ਨੂੰ ਐਜ਼ ਆਰ ਅਪਰੋਚਸ ਟੂ ਇਨਫਿਨਿਟੀ, ਸਾਰੇ ਕੇਸਿਸ 'ਚ ਬੱਚੇ ਹੋਊਗਾ ਸਾਈ ਜ਼ੀਰੋ ਨੂੰ ਅਪਰੋਚ ਉਦੋਂ ਕਰੂਗਾ ਜਦੋਂ ਆਰ ਦੀ ਵੈਲਿਊ ਕੀ ਹੋ ਜਾਊਗੀ, ਇਨਫਾਈਨਾਈਟ ਤੱਕ ਚੱਲ ਜਾਊਗੀ। ਬਿਕੋਜ਼ ਵੀ ਡੋਂਟ ਨੋ ਕਿ ਬੱਚੇ ਹਲੇ ਐਟਮ ਦਾ ਸਾਈਜ਼ ਕਿੰਨਾ ਕਾ ਹੈ ਨਾ, ਆਪਾਂ ਨਿਊਕਲੀਅਸ ਤੋਂ ਕਿੰਨੇ ਡਿਸਟੈਂਸ ਜਾ ਰਹੇ ਹੈਗਾ ਤਾਂ 10⁻⁻t ਆ, ਬਟ ਸਟਿਲ ਅੰਡਰਸਟੂਡ ਹੈ ਇਹ ਚੀਜ਼, ਰਾਈਟ। ਸੋ ਇੱਥੋਂ ਸਾਨੂੰ ਲਾਈਕ ਕਲੀਅਰ ਹੋ ਗਈ ਇਹਦੀ ਪਿਕਚਰ, ਰਾਈਟ। ਸੋ ਬੱਚੇ ਹੁਣ ਸਾਈ ਜਿਹੜਾ ਆ ਨਾ ਉਹਦਾ ਕੋਈ ਫਿਜ਼ੀਕਲ ਮੀਨਿੰਗ ਨਹੀਂ ਆ, ਤਾਂ ਉਹਦੀ ਜਿਹੜੀ ਇੰਪੋਰਟੈਂਸ ਆ ਉਹ ਅਸੀਂ ਅਗਲੀ ਚੀਜ਼ ਦੇ ਵਿੱਚ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਦੈਟ ਇਜ਼ ਸਾਈ ਸਕੇਅਰ। ਸੋ ਇਹ ਜਰਮਨ ਫਿਜ਼ਿਸਟ ਸੀਗਾ ਸਾਡੇ ਕੋਲ ਮੈਕਸ ਬੋਰਨ, ਉਹਨੇ ਵੇਵ ਫੰਕਸ਼ਨ ਦਾ ਸਕੁਏਅਰ ਕੱਢਿਆ, ਕਿਉਂਕਿ ਉਹਨੂੰ ਵੇਵ ਫੰਕਸ਼ਨ ਦਾ ਸਕੁਏਅਰ ਕੱਢਣ ਤੋਂ ਬਾਅਦ ਉਹਨੇ ਪ੍ਰੋਬੇਬਿਲਿਟੀ ਨੂੰ, ਮਤਲਬ ਤੁਸੀਂ ਇੱਕ ਗੱਲ ਸੋਚੋ, ਉਹਦੀ ਵੈਲਿਊ ਤੁਹਾਨੂੰ ਲੱਗ ਰਹੀ ਸੀ ਨਾ ਕਿ ਗ੍ਰਾਫਿਕਲੀ ਜੇ ਦੇਖੀਏ ਤਾਂ ਨੈਗੇਟਿਵ ਵੈਲਿਊ ਜਾ ਰਹੀ ਹੈ, ਨੋਡਸ ਨੈਗੇਟਿਵ ਜਾ ਰਹੀ ਆ, ਤਾਂ ਡਾਇਗਰਾਮ ਦੇ ਵਿੱਚ ਵੀ ਕਿਸ ਤਰੀਕੇ ਨਾਲ ਨੈਗੇਟਿਵ ਆਊਗਾ। ਤਾਂ ਉਸ ਪ੍ਰੋਬਲਮ ਨੂੰ ਓਵਰਕਮ ਕਰਨ ਦੇ ਵਾਸਤੇ ਤੁਸੀਂ ਕਹਿ ਸਕਦੇ ਹੋ ਕਿ ਇੱਥੇ ਸਾਈ ਸਕੇਅਰ ਯੂਜ਼ ਕੀਤਾ ਗਿਆ, ਕਿਉਂਕਿ ਸਾਈ ਸਕੇਅਰ ਕੀ ਕਰੂਗਾ, ਸਾਈ ਜੇ ਨੈਗੇਟਿਵ ਆ ਤਾਂ ਸਾਈ ਸਕੇਅਰ ਕਰ ਦੋਗੇ ਤਾਂ ਉਹ ਕੀ ਬਣ ਜੂਗੀ, ਵੈਲਿਊ ਪੋਜ਼ਿਟਿਵ ਬਣ ਜੂਗੀ। ਤਾਂ ਸਾਨੂੰ ਡਾਇਗਰਾਮ ਨੂੰ ਡਰਾ ਕਰਨਾ ਸਾਡੇ ਲਈ ਕੀ ਹੋ ਜਾਊਗਾ, ਈਜ਼ੀ ਹੋ ਜਾਊਗਾ। ਤੁਸੀਂ ਦੇਖ ਸਕਦੇ ਹੋ 1s 'ਤੇ ਤਾਂ ਕੋਈ ਇੱਕ ਨੋਟ ਸੀਗੀ ਨਹੀਂ, ਤੇ ਜਦੋਂ 2s ਦੀ ਦੇਖਦੇ ਸੀ ਤਾਂ ਨੈਗੇਟਿਵ ਡਿਵੀਏਸ਼ਨ ਆ ਜਾਂਦੀ ਸੀ, ਨੀਚੇ ਨੂੰ ਚਲਾ ਜਾਂਦਾ ਸੀ ਗ੍ਰਾਫ। ਬਟ ਜਦੋਂ ਅਸੀਂ ਸਾਈ ਸਕੇਅਰ ਨੂੰ ਦੇਖਿਆ ਵਿਦ ਰਿਸਪੈਕਟ ਟੂ ਆਰ, ਤਾਂ ਸਾਡਾ ਜਿਹੜਾ ਗ੍ਰਾਫ ਜਿਹੜਾ ਸੀ ਉਹ ਨੈਗੇਟਿਵ ਜਾਂਦੇ ਬਾਏ ਉੱਪਰ ਪੋਜ਼ਿਟਿਵ ਹੀ ਰਹਿ ਗਿਆ। ਤਾਂ ਇਹ ਚੀਜ਼ ਨਾਲ ਸਾਨੂੰ ਕੀ ਐਕਸਪਲੇਨੇਸ਼ਨ ਮਿਲੀ, ਸਾਨੂੰ ਜਿਹੜਾ ਆਹ ਡਾਇਗਰਾਮ ਅਸੀਂ ਦੇਖ ਰਹੇ ਹਾਂ ਅੱਗੇ ਤਾਂ ਇਹਦੇ ਵਿੱਚ ਦੇਖ ਰਹੇ ਹਾਂ, ਤੇ ਡਾਇਗਰਾਮ ਨੂੰ ਐਕਸਪਲੇਨ ਕਰਨਾ ਮੇਰੇ ਵਾਸਤੇ ਹੋਰ ਈਜ਼ੀ ਹੋ ਗਿਆ। ਸਮਝ ਆਈ ਗੱਲ, ਸਾਡੇ ਵਾਸਤੇ ਹੋਰ ਈਜ਼ੀ ਹੋ ਗਿਆ। ਤਾਂ ਹੀ ਉਹਨਾਂ ਨੇ ਇਹਨੂੰ ਚੱਕਿਆ, ਮਤਲਬ ਸਾਈ ਨੂੰ ਐਕਸਪਲੇਨ ਕੀਤਾ, ਬਟ ਸਾਈ ਸਕੇਅਰ ਨੂੰ ਉਹਦਾ ਫਿਜ਼ੀਕਲ ਮੀਨਿੰਗ ਜ਼ਿਆਦਾ ਕਲੈਰਿਟੀ ਨਾਲ ਨਜ਼ਰ ਆ ਰਿਹਾ, ਇਸ ਕਰਕੇ ਉਹਨਾਂ ਨੇ ਸਾਈ ਸਕੇਅਰ ਨੂੰ ਆਰ ਦੇ ਨਾਲ ਵਿਦ ਰਿਸਪੈਕਟ ਟੂ ਵੇਰੀ ਕਰਵਾਇਆ। ਠੀਕ ਹੈ ਜੀ, ਤਾਂ ਉਹ ਤੁਸੀਂ ਗ੍ਰਾਫ ਤੋਂ ਦੇਖ ਸਕਦੇ ਹੋ। ਗ੍ਰਾਫ 'ਚ ਕੋਈ ਖਾਸ ਵੇਰੀਏਸ਼ਨਸ ਨਹੀਂ ਹੈਗੀਆਂ, ਆਲਮੋਸਟ ਸੇਮ ਹੈ। ਬਟ ਯੈਸ, ਜਦੋਂ ਤੁਸੀਂ ਨੋਟ ਦਾ ਕੇਸ ਦੇਖ ਰਹੇ ਹੋ, ਨੋਟ ਤੋਂ ਬਾਅਦ ਉਹ ਨੈਗੇਟਿਵ ਜਾਂਦਾ ਸੀ, ਸਾਈ ਦੇ ਕੇਸ 'ਚ ਇਹਦੇ ਵੇਸ 'ਚ ਪੋਜ਼ਿਟਿਵ ਹੀ ਜਾ ਰਿਹਾ ਹੈ, ਬਟ ਨੋਟ ਜ਼ਰੂਰ ਰਹੂਗੀ, ਰਾਈਟ। ਸੋ ਬੱਚੇ ਇਹ ਸਾਡੇ ਕੋਲ ਪ੍ਰੋਬੇਬਿਲਿਟੀ ਡੈਂਸਿਟੀ ਗ੍ਰਾਫ ਆ, ਜਿਹਦੇ ਵਿੱਚ ਅਸੀਂ ਸਾਈ ਸਕੇਅਰ ਨੂੰ ਵਿਦ ਰਿਸਪੈਕਟ ਟੂ ਕਿਹਦੇ ਦੇਖ ਰਹੇ ਹਾਂ, ਆਰ ਦੇ ਵਿਦ ਰਿਸਪੈਕਟ ਟੂ ਦੇਖ ਰਹੇ ਹਾਂ। ਠੀਕ ਹੈ ਜੀ, ਸੋ ਇਸ ਤਰੀਕੇ ਨਾਲ ਬੱਚੇ ਸਾਡੇ ਕੋਲ ਸ਼ੇਪਸ ਆਈਆਂ। ਠੀਕ ਹੈ ਜੀ, ਹੁਣ ਤੁਸੀਂ ਦੇਖੋ P ਦੇ ਕੇਸ ਦੇ ਵਿੱਚ ਅਸੀਂ ਜੇ ਦੇਖੀਏ, P ਆਰਬਿਟਲ ਦੇ ਕੇਸ 'ਚ ਦੇਖੀਏ, ਤੇ ਸਟਾਰਟਿੰਗ 'ਤੇ ਜਦੋਂ ਸਾਡੇ ਕੋਲ ਅਸੀਂ ਇੱਕ ਗੱਲ ਤੋਂ ਨੋਟ ਹੋ ਰਹੀ ਆ ਕਿ ਨਿਊਕਲੀਅਸ ਦੇ ਕੋਲੇ ਐਸ ਦੇ ਕੇਸ 'ਚ ਪ੍ਰੋਬੇਬਿਲਿਟੀ ਮੈਕਸਿਮਮ ਆ, ਬਟ P ਦੇ ਕੇਸ 'ਚ ਪ੍ਰੋਬੇਬਿਲਿਟੀ ਕੀ ਹੈ, 0 ਆ। ਇਹਦਾ ਮਤਲਬ P ਤੇ ਜਿਹੜੇ ਹੋਰ ਇਹਦੇ ਆਰਬਿਟਲਸ ਨੇ ਉਹ ਸਾਡੇ ਕੋਲ ਸਫੈਰੀਕਲ ਸ਼ੇਪ ਦੇ ਨਹੀਂ ਹੋਣਗੇ, ਉਹਨਾਂ ਦੀਆਂ ਸ਼ੇਪਸ ਕੀ ਹੋਣਗੀਆਂ, ਡਿਫਰੈਂਟ ਹੋਣਗੀਆਂ, ਕਿਉਂਕਿ ਇਹ ਗ੍ਰਾਫਿਕਲੀ ਸਾਨੂੰ ਰਿਪਰੈਜ਼ੈਂਟ ਹੋ ਰਿਹਾ। ਤੇ P ਦੀ ਅੱਜ ਜਿਵੇਂ ਦੇਖੋ ਬੱਚੇ, ਉਹਨੂੰ P ਨੂੰ ਸਮਝਣ ਤੋਂ ਪਹਿਲਾਂ ਆਪਾਂ 3s ਦੇਖੀਏ, ਤਾਂ 3s 'ਚ ਕਿੰਨੇ ਨੰਬਰ ਨੋਟਸ ਆ ਰਹੇ ਆ, 2 ਨੰਬਰ ਆਫ ਨੋਟਸ ਆ ਰਹੇ ਆ, ਰਾਈਟ। ਸੋ ਬੱਚੇ ਇਸ ਤਰੀਕੇ ਨਾਲ ਅਸੀਂ ਇਸ ਚੀਜ਼ ਦੇ ਵਿੱਚ ਇਹ ਚੀਜ਼ ਐਕਸਪਲੇਨ ਕਰ ਸਕਦੇ ਹਾਂ। ਉਸ ਤਰੀਕੇ ਨਾਲ ਬੱਚੇ P ਦੀਆਂ ਸ਼ੇਪਸ ਕੁਛ ਇਸ ਤਰੀਕੇ ਦੀਆਂ ਆਈਆਂ ਨੇ, ਜਿਹੜੀਆਂ ਸਾਡੇ ਕੋਲ ਡੰਬਲ ਟਾਈਪ ਨੇ, ਰਾਈਟ। ਤੁਸੀਂ ਦੇਖਦੇ ਹੋਗੇ ਸੈਂਟਰ ਤੇ ਨੋਡ ਹੈ, ਠੀਕ ਹੈ ਜੀ। ਇਹ ਜਿਹੜੀ ਨੋਡ ਹੈ, ਇੱਥੇ ਇਲੈਕਟ੍ਰੋਨ ਨੂੰ ਫਾਈਂਡ ਕਰਨ ਦੀ ਪ੍ਰੋਬੇਬਿਲਿਟੀ ਕੀ ਹੈ, 0। ਤੇ ਜਦੋਂ ਅਸੀਂ ਡਿਸਟੈਂਸ r ਕੀ ਕਰਦੇ ਹਾਂ, P ਦੇ ਕੇਸ 'ਚ ਬੱਚੇ ਵਧਾਉਂਦੇ ਆ, ਰਾਈਟ, ਤਾਂ ਸਾਡੇ ਕੋਲ ਇਲੈਕਟ੍ਰੋਨ ਨੂੰ ਫਾਈਂਡ ਕਰਨ ਦੀ ਪ੍ਰੋਬੇਬਿਲਿਟੀ ਵੀ ਮੈਕਸਿਮਮ ਹੁੰਦੀ ਜਾਂਦੀ। ਤਾਂ ਤੁਸੀਂ ਸੈਂਟਰ ਤੋਂ ਜੇ ਤੁਸੀਂ ਰਾਈਟ ਸਾਈਡ ਵੱਲ x ਵੱਲ ਜਾਓ ਜਾਂ ਉੱਧਰ ਜਾਓ ਲੈਫਟ ਸਾਈਡ ਵੱਲ, ਰਾਈਟ, ਤਾਂ ਤੁਹਾਡੇ ਕੋਲ ਬੱਚੇ ਤੁਸੀਂ ਦੇਖ ਰਹੇ ਹੋ x ਦੇ ਕੇਸ 'ਚ ਵੀ, y ਦੇ ਕੇਸ 'ਚ ਵੀ, z ਦੇ ਕੇਸ 'ਚ ਵੀ, ਕਿ ਇਲੈਕਟ੍ਰੋਨ ਨੂੰ ਫਾਈਂਡ ਕਰਨ ਦੀ ਪ੍ਰੋਬੇਬਿਲਿਟੀ ਸੈਂਟਰ ਤੇ ਬਿਲਕੁਲ 0 ਆ, ਬਟ ਉਹ ਤੋਂ ਉੱਪਰ ਨੂੰ ਜਦੋਂ ਡਿਸਟੈਂਸ ਵਧਾਈ ਜਾ ਰਹੇ ਆ ਤਾਂ ਇਲੈਕਟ੍ਰੋਨ ਨੂੰ ਫਾਈਂਡ ਕਰਨ ਦੀ ਪ੍ਰੋਬੇਬਿਲਿਟੀ ਵੱਧ ਰਹੀ ਹੈ। ਤਾਂ ਇਸ ਤਰੀਕੇ ਨਾਲ ਬੱਚੇ ਗ੍ਰਾਫਿਕਲੀ ਉੱਥੋਂ ਇਹ ਸਾਡੇ ਕੋਲ ਕਨਕਲੂਜਨ ਨਿਕਲ ਕੇ ਆਇਆ ਕਿ ਜਿਹੜੀ P ਦੀ ਸ਼ੇਪ ਹੋਊਗੀ ਆਰਬਿਟਲ ਦੀ, ਉਹ ਡੰਬਲ ਹੋਊਗੀ, ਰਾਈਟ। ਤਾਂ ਉਸੇ ਤਰੀਕੇ ਨਾਲ ਬੱਚੇ ਤੁਸੀਂ ਦੇਖ ਰਹੇ ਹੋ ਕਿ ਇੱਥੇ ਇੱਕ ਮੈਂ P ਆਰਬਿਟਲ ਦੇ ਕੇਸ 'ਚ ਮੈਂ ਪਲੇਨਸ ਬਣਾਏ ਹੋਏ ਨੇ ਉਹ ਸੈਂਟਰ ਤੇ। ਤਾਂ ਉਹ ਸੈਂਟਰ ਤੇ ਪਲੇਨ ਕਿਉਂ ਬਣਾਏ ਨੇ, ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਤੁਹਾਡੇ ਕੋਲ ਉਹ ਪੁਆਇੰਟ ਤੇ ਇੱਕ ਪਲੇਨ ਹੈ, ਦੈਟ ਇਜ਼ ਨੋਡਲ ਪਲੇਨ, ਜਿੱਥੇ ਇਲੈਕਟ੍ਰੋਨ ਨੂੰ ਫਾਈਂਡ ਕਰਨ ਦੀ ਪ੍ਰੋਬੇਬਿਲਿਟੀ ਕੀ ਹੈ, ਦੈਟ ਇਜ਼ 0, ਰਾਈਟ। ਸੋ ਬੱਚੇ ਇਸ ਤਰੀਕੇ ਨਾਲ ਪ੍ਰੋਬੇਬਿਲਿਟੀ ਪਿਕਚਰਸ ਨਿਕਲ ਕੇ ਆਈਆਂ, ਮਤਲਬ ਗ੍ਰਾਫਿਕਲੀ ਇਸ ਤਰੀਕੇ ਨਾਲ ਅਸੀਂ, ਜੇ ਤੁਸੀਂ ਇਹਨੂੰ ਹੋਰ ਡਿਟੇਲ 'ਚ ਲਾਈਕ ਜਾਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹਦੀ ਇਮੈਜੀਨੇਸ਼ਨ ਸਟਰੋਂਗ ਕਰਨੀ ਪਏਗੀ, ਐਂਡ ਡਿਫਰੈਂਟ ਲਾਈਕ ਬੁੱਕਸ ਤੋਂ ਤੁਸੀਂ ਡਿਸਕਸ ਕਰ ਸਕਦੇ ਹੋ। ਠੀਕ ਹੈ ਜੀ, ਜਦੋਂ ਸਕੂਲ ਓਪਨ ਹੋਣਗੇ ਆਪਾਂ ਇਸ ਟੌਪਿਕ 'ਤੇ ਦੁਬਾਰਾ ਗੱਲ ਕਰ ਸਕਦੇ ਹਾਂ, ਬਿਕੋਜ਼ ਦਿਸ ਟੌਪਿਕ ਇਜ਼ ਵੈਰੀ ਇੰਟਰਸਟਿੰਗ। ਔਰ ਇਹ ਟੌਪਿਕ ਤੁਹਾਡਾ ਗ੍ਰਾਫਿਕਲੀ ਹੀ ਤੁਹਾਨੂੰ ਸਾਹਮਣੇ ਤੁਹਾਡੇ ਲਾਈਕ ਸ਼ੇਪਸ ਲੈ ਕੇ ਰੱਖ ਰਿਹਾ ਵਾ।
ਤਾਂ ਉਸੇ ਤਰੀਕੇ ਨਾਲ ਬੱਚੇ ਸਾਨੂੰ ਇੱਥੋਂ ਇੱਕ ਗੱਲ ਸਿੱਖਣ ਨੂੰ ਮਿਲਦੀ ਪਈ ਹੈ ਕਿ ਜਿਹੜਾ ਐਸ ਆਰਬਿਟਲ ਹੈ ਨਾ ਉਹ ਸਫੈਰਿਕਲ ਸ਼ੇਪ ਆ ਔਰ ਉਹ ਨਿਊਕਲੀਅਸ ਦੇ ਨੇੜੇ ਹੋਣ ਕਰਕੇ ਉੱਥੇ ਇਲੈਕਟ੍ਰੋਨ ਨੂੰ ਫਾਈਂਡ ਕਰਨ ਦੀ ਪ੍ਰੋਬੈਬਿਲਿਟੀ ਜ਼ਿਆਦਾ ਹੈ। ਇਹ ਗ੍ਰਾਫਿਕਲੀ ਇਹ ਚੀਜ਼ ਕੀ ਹੋ ਰਹੀ ਹੈ, ਸ਼ੋ ਹੋ ਰਹੀ ਹੈ, ਬਿਕੋਜ਼ ਅਸੀਂ ਇੱਕ ਚੀਜ਼ ਨੂੰ ਦੂਜੀ ਚੀਜ਼ ਦੇ ਵਿਦ ਰਿਸਪੈਕਟ ਟੂ ਚੇਂਜ ਹੁੰਦੇ ਦੇਖ ਰਹੇ ਹਾਂ। ਉਸੇ ਤਰੀਕੇ ਨਾਲ ਬੱਚੇ ਡੀ ਤੇ 5 ਆਰਬਿਟਲ ਸੀਗੇ, ਉਹਨਾਂ ਪੰਜਾਂ ਦੀ ਜਿਹੜੀ ਸ਼ੇਪ ਬੱਚੇ ਤੁਹਾਡੇ ਸਾਹਮਣੇ ਆ। ਸੋ ਉਹ 5 ਜਿਹੜੇ ਡੀ ਆਰਬਿਟਲ ਨੇ ਉਹਦੀ ਸ਼ੇਪ ਕੀ ਹੈ, ਡਬਲ ਡੰਬਲ ਐਕਸੈਪਟ ਡੀ ਜ਼ੈਡ ਸਕੁਅਰ ਨੂੰ ਛੱਡ ਕੇ, ਰਾਈਟ। ਸੋ ਬੱਚੇ ਇਹ ਵੀ ਗ੍ਰਾਫਿਕਲੀ ਤੁਸੀਂ ਇਸ ਚੀਜ਼ ਨੂੰ ਆਪਣੇ ਆਪ ਡਰਾ ਕਰ ਸਕਦੇ ਹੋ, ਤੁਹਾਨੂੰ ਸਮਝ ਆ ਜਾਏਗਾ, ਠੀਕ ਹੈ ਜੀ। ਸੋ ਬੱਚੇ ਅੱਜ ਦੇ ਵੀਡੀਓ ਲੈਕਚਰ ਦੇ ਵਿੱਚ ਅਸੀਂ ਸ਼ੇਪਸ ਦੀ ਬਾਰੇ ਡਿਸਕਸ ਕੀਤੀ ਕਿ ਐਟੋਮਿਕ ਆਰਬਿਟਲ ਦੀਆਂ ਸ਼ੇਪਸ ਕਿਸ ਤਰੀਕੇ ਨਾਲ ਸਾਹਮਣੇ ਆਈਆਂ ਤੇ ਇਹਨਾਂ ਆਰਬਿਟਲਸ ਦੇ ਵਿੱਚ ਹੀ ਕੌਣ ਪਏ ਨੇ ਬੱਚੇ, ਇਲੈਕਟ੍ਰੋਨਸ, ਐਂਡ ਵਨ ਆਰਬਿਟਲ ਆਕਿਊਪਾਈ ਮੈਕਸਿਮਮ 2 ਇਲੈਕਟ੍ਰੋਨਸ। ਇਹ ਚੀਜ਼ ਆਪਾਂ ਡਿਸਕਸ ਕਰ ਚੁੱਕੇ ਹਾਂ। ਸੋ ਬੱਚੇ ਇਸ ਵੀਡੀਓ ਲੈਕਚਰ ਤੋਂ ਤੁਹਾਨੂੰ ਬਹੁਤ ਜ਼ਿਆਦਾ ਲਾਈਕ ਹੈਲਪ ਮਿਲੇਗੀ ਐਟੋਮਿਕ ਆਰਬਿਟਲ ਦੀ ਲਾਈਕ ਸ਼ੇਪਸ ਨੂੰ ਅੰਡਰਸਟੈਂਡ ਕਰਨ ਬਾਰੇ, ਰਾਈਟ। ਸੋ ਥੈਂਕ ਯੂ ਸੋ ਮਚ। ਆਪਾਂ ਨੈਕਸਟ ਵੀਡੀਓ ਲੈਕਚਰ ਦੇ ਵਿੱਚ ਨੋਡਸ ਨੂੰ ਫਾਈਂਡ ਕਰਨ ਦਾ ਤਰੀਕਾ ਸਿੱਖਾਂਗੇ ਕਿ ਆਪਾਂ ਨੋਡਸ ਕਿਸੇ ਵੀ ਆਰਬਿਟਲ ਵਾਸਤੇ ਸਬਸ਼ੈਲ ਵਾਸਤੇ ਕਿਵੇਂ ਫਾਈਂਡ ਕਰ ਸਕਦੇ ਹਾਂ। ਆਪਾਂ ਨੈਕਸਟ ਵੀਡੀਓ ਲੈਕਚਰ ਜ਼ਰੂਰ ਪੜਾਂਗੇ। ਐਂਡ ਬੱਚੇ ਪਲੀਜ਼ ਮੇਕ ਯੋਰ ਨੋਟਸ। ਇਹ ਨੋਟਸ ਜਿਹੜੇ ਨੇ ਤੁਹਾਡੇ ਲਈ ਬਹੁਤ ਹੈਲਪਫੁਲ ਹੋਣਗੇ, ਠੀਕ ਹੈ ਜੀ, ਕਿਉਂਕਿ ਇਹੀ ਨੋਟਸ ਜਿਹੜੇ ਹੋਣਗੇ ਤੁਹਾਨੂੰ ਫਰਦਰ ਤੁਹਾਡੇ ਐਗਜ਼ਾਮ ਦੇ ਵਿੱਚ ਕੰਮ ਆਉਣਗੇ। ਸੋ ਥੈਂਕ ਯੂ ਸੋ ਮਚ।